ਧੰਨ ਵਾਹਿਗੁਰੂ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਜੀਓ। ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜੈ ਸਭ। ਇਕ ਛਿਜਹਿ ਬਿਆਲ ਤਾੜੀਐ, ਤਾਂ ਸਾਈਂ ਦੇ ਦਰ ਵਾੜੀਐ। ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜੈ ਸਭ। ਇਕ ਛਿਜਹਿ ਬਿਆਲ ਤਾੜੀਐ, ਤਾਂ ਸਾਈਂ ਦੇ ਦਰ ਵਾੜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਕੀਰਤਨ ਸਤ ਸੰਗਤ ਰੂਪ ਵਿੱਚ ਸੱਜ ਕੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਜਿੱਥੇ ਸਤਿਗੁਰੂ ਦੀ ਬਾਣੀ ਦੇ ਪਾਠ, ਬਾਣੀ ਦੇ ਕੀਰਤਨ ਨਾਲ ਸਾਂਝ ਬਣਾਉਣ ਦਾ ਯਤਨ ਕਰਦੇ ਹਾਂ, ਉੱਥੇ ਨਾਲ ਦੀ ਨਾਲ ਮਹਾਰਾਜ ਦੇ ਪਾਵਨ ਉਪਦੇਸ਼ਾਂ ਦੀ ਲੜੀਵਾਰ ਵਿਚਾਰ ਵੀ ਆਪਾਂ ਕਰਨ ਦਾ ਯਤਨ ਕਰਦੇ ਹਾਂ। ਪਿਛਲੇ ਦੀਵਾਨਾਂ ਤੋਂ ਆਪਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਕੀਤੀ ਹੈ, ਜਿਸ ਵਿੱਚ ਹੁਣ ਤੱਕ ਆਪਾਂ ਕੁੱਲ 15 ਸ਼ਲੋਕ ਸੰਗਤੀ ਰੂਪ ਵਿੱਚ ਵਿਚਾਰਨ ਦਾ ਇਹ ਯਤਨ ਕੀਤਾ ਹੈ। ਦਰਅਸਲ ਜੇ ਲੜੀਵਾਰ ਆਪਾਂ ਸ਼ਲੋਕਾਂ ਨੂੰ ਧਿਆਨ ਵਿੱਚ ਰੱਖੀਏ, ਪਹਿਲੇ ਸ਼ਲੋਕ ਤੋਂ ਲੈ ਕੇ ਜੋ ਪ੍ਰਕਰਣ ਚੱਲ ਰਿਹਾ ਹੁੰਦਾ ਹੈ, ਜੋ ਟੌਪਿਕ ਚੱਲ ਰਿਹਾ ਹੈ, ਤਾਂ ਅੱਗੇ ਤੋਂ ਅੱਗੇ ਹਰ ਸ਼ਲੋਕ ਸਾਨੂੰ ਪਹਿਲੇ ਸ਼ਲੋਕ ਦੀ ਵਿਆਖਿਆ ਕਰਦਾ ਹੋਇਆ ਤੇ ਸਾਨੂੰ ਹੋਰ ਅਗੇਰੇ ਉਪਦੇਸ਼ ਦਿੰਦਾ ਹੋਇਆ ਇੱਕ ਲੜੀ ਵਿੱਚ ਸਾਰੇ ਸ਼ਲੋਕ ਪਰੋਏ ਹੋਏ ਪ੍ਰਤੀਤ ਹੋਣਗੇ। ਥੋੜਾ ਜਿਹਾ ਸੰਕੇਤਕ ਧਿਆਨ ਮੈਂ ਇਸ ਪਾਸੇ ਆਪ ਸੰਗਤ ਦਾ ਜੋ ਪਹਿਲੇ ਸ਼ਲੋਕਾਂ ਵਿੱਚ ਆਪਾਂ ਵਿਚਾਰਿਆ ਹੈ। ਬਾਬਾ ਸ਼ੇਖ ਫਰੀਦ ਸਾਹਿਬ ਨੇ ਆਪਣਾ ਉਪਦੇਸ਼ ਇੱਥੋਂ ਆਰੰਭ ਕੀਤਾ ਸੀ ਕਿ ਮਨੁੱਖ ਨੂੰ ਆਪਣੇ ਜੀਵਨ ਦਾ ਜੋ ਹਸ਼ਰ ਵਾਪਰਨਾ ਹੈ ਉਹ ਭੁੱਲ ਗਿਆ ਹੈ। ਫਿਰ ਉਹਨਾਂ ਨੇ ਕਿਹਾ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਗੁੱਝੀ ਭਾਅ ਦਾ ਸ਼ਿਕਾਰ ਹੈ, ਜਿਸ ਨੂੰ ਆਪਾਂ ਆਖਦੇ ਹਾਂ ਅੰਦਰ ਦੁੱਖ ਹੈ ਪਰ ਵਿਖਾਈ ਨਹੀਂ ਦਿੰਦਾ।
ਇਸ ਦਾ ਦੂਜਾ ਭਾਵ ਹੈ ਕਿ ਮਨੁੱਖ ਕਿਸੇ ਅੱਗ ਵਿੱਚ ਸੜਦਾ ਹੈ, ਪਰ ਖੁਦ ਦੀ ਪੜਤਾਲ ਨਾ ਕਰਨ ਕਰਕੇ, ਖੁਦ ਬਾਰੇ ਇੰਨਾ ਗਿਆਨ ਨਾ ਹੋਣ ਕਰਕੇ ਇਸ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਅੱਗ, ਕਿਹੜੀ ਤਕਲੀਫ, ਕਿਹੜੀ ਮੁਸ਼ਕਲ ਵਿੱਚ ਮੈਂ ਖੁਦ ਘਿਰਿਆ ਹੋਇਆ। ਯਾਨੀ ਕਿ ਦੁੱਖ ਤੇ ਹੈ, ਪਰ ਦੁੱਖ ਦੀ ਵਜ੍ਹਾ ਦਾ ਨਹੀਂ ਪਤਾ, ਕਾਰਨ ਦਾ ਨਹੀਂ ਪਤਾ। ਦੁਨੀਆ ਦੀ ਭਾਂਤ ਚੱਲਦਾ ਹੈ, ਦੇਖਾ ਦੇਖੀ ਦਾ ਜੀਵਨ ਜਿਉਂਦਾ ਹੈ। ਸੰਸਾਰ ਦੇ ਪਦਾਰਥਕ ਲਾਲਚ, ਲੋਭ, ਹਿਰਸ, ਵਾਸ਼ਨਾਵਾਂ ਦਾ ਬੱਝਾ ਹੋਇਆ ਆਪਣੇ ਜੀਵਨ ਨੂੰ ਨਰਕ ਵਿੱਚ ਧੱਕੀ ਜਾ ਰਿਹਾ ਹੈ। ਮਨ ਉਹ ਬੁਰਾਈ ਦਾ ਪ੍ਰੇਰਿਆ ਹੋਇਆ। ਇਸ ਨੂੰ ਦਰਵੇਸ਼ੀ ਦੇ ਮਾਰਗ ਦਾ ਗਿਆਨ ਨਹੀਂ। ਉਹ ਦਰਵੇਸ਼ੀ ਜਿਸ ਦਾ ਭਾਵ ਹੈ ਇੱਕ ਅੱਲਾਹ ਦੀ, ਪਰਮੇਸ਼ਰ ਦੀ ਇਬਾਦਤ, ਉਹਦੇ ਗੁਣਾਂ ਨਾਲ ਸਾਂਝ ਬਣਾਉਣੀ। ਤੇ ਨਾਲ ਹੀ ਦੱਸਦੇ ਨੇ ਕਿ ਇਹ ਦੁਨੀਆ ਦੀ ਪੋਟਲੀ ਸਿਰ ਤੋਂ ਕਿਵੇਂ ਲੱਥੇ, ਭਾਵ ਜਿਹੜਾ ਵਾਧੂ ਬੋਝ ਅਸੀਂ ਚੁੱਕਿਆ ਹੈ, ਵਾਸ਼ਨਾਵਾਂ ਦਾ ਹੋਵੇ, ਔਗਣਾਂ ਦਾ ਹੋਵੇ, ਮੰਦੇ ਕਰਮਾਂ ਦਾ ਹੋਵੇ, ਭੈੜੇ ਸੰਸਕਾਰਾਂ ਦਾ ਹੋਵੇ, ਉਹ ਜਿਹੜੀ ਬੰਨ ਉਠਾਈ ਪੋਟਲੀ ਜਿਸ ਨੂੰ ਲਿਖਿਆ ਉਹ ਕਿਵੇਂ ਸੁੱਟੀ ਜਾਏ ਤੇ ਦਰਵੇਸ਼ੀ ਕਿਵੇਂ ਕਮਾਈ ਜਾਏ। ਫਿਰ ਇਸ ਬਾਬਤ ਆਪਣੇ ਸ਼ਲੋਕਾਂ ਵਿੱਚ ਸਾਨੂੰ ਧੀਰਜ ਰੱਖਣ ਦੀ ਪ੍ਰੇਰਣਾ ਕੀਤੀ, ਸਬਰ ਰੱਖਣ ਦੀ ਪ੍ਰੇਰਣਾ ਕੀਤੀ, ਔਰ ਦੂਸਰੇ ਮਨੁੱਖ ਦੀਆਂ ਕਮੀਆਂ ਵਿੱਚੋਂ ਤਰੱਕੀ ਕਰਨ ਦੀ ਭਾਵਨਾ ਦਾ ਤਿਆਗ ਕਰਨ ਦੀ ਪ੍ਰੇਰਣਾ ਵੀ ਕੀਤੀ। ਖੁਦ ਆਪਣੇ ਗ੍ਰਹਿਬਾਂ ਵਿੱਚ, ਆਪਣੀ ਬੁੱਕਲ ਵਿੱਚ ਝਾਤ ਮਾਰਨ ਵਾਸਤੇ ਵੀ ਪ੍ਰੇਰਿਆ, ਤੇ ਨਾਲ ਦੀ ਨਾਲ ਇਹ ਵੀ ਚੇਤਾ ਕਰਾਇਆ ਵੀ ਆਪਣੇ ਆਪ ਨੂੰ ਖੋਜਣ ਲਈ ਇਹ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ। ਕਿਸੇ ਔਗਣ ਦਾ, ਵਿਕਾਰ ਦਾ ਤਿਆਗ ਕਰਨ ਲਈ ਇਹ ਅਹਿਸਾਸ ਹੋਣਾ ਬੜਾ ਲਾਜ਼ਮੀ ਹੈ ਕਿ ਮੇਰੇ ਕੋਲ ਜਿਹੜਾ ਜੀਵਨ ਹੈ ਬੜਾ ਦੁਰਲੱਭ ਹੈ ਤੇ ਬੜੇ ਥੋੜੇ ਸਮੇਂ ਦਾ ਹੈ। ਸਰੀਰ ਜਨਮ ਤੋਂ ਲੈ ਕੇ ਜਿਉਂ-ਜਿਉਂ ਅਸੀਂ ਜ਼ਿੰਦਗੀ ਦੇ ਸਮੇਂ ਨੂੰ ਹੰਢਾ ਰਹੇ ਹਾਂ, ਸਰੀਰ ਪੁਰਾਣਾ ਹੁੰਦਾ ਜਾ ਰਿਹਾ ਹੈ, ਅੰਗ ਸਿਥਲ, ਕਮਜ਼ੋਰ ਹੁੰਦੇ ਜਾ ਰਹੇ ਹਨ, ਔਰ ਸਾਡਾ ਸਫ਼ਰ ਜਿਹੜਾ ਹੈ ਉਹ ਆਖਰੀ ਘੜੀ ਵੱਲ ਨੂੰ ਹੈ ਲਗਾਤਾਰ। ਤੋ ਇਹਨਾਂ ਸ਼ਲੋਕਾਂ ਦੇ ਵਿੱਚ ਹੀ ਫਿਰ ਇਹ ਅਗਲੇਰਾ ਸ਼ਲੋਕ ਹੈ, 16 ਨੰਬਰ ਸ਼ਲੋਕ, ਜਿਸ ਦਾ ਮੈਂ ਪਾਠ ਆਪ ਜੀ ਦੇ ਨਾਲ ਸਾਂਝਾ ਕੀਤਾ। ਇਸ ਸ਼ਲੋਕ ਵਿੱਚ ਵੀ ਬਾਕਮਾਲ ਉਪਦੇਸ਼ ਬਖਸ਼ਿਆ ਹੈ। ਸਾਨੂੰ ਦੱਸਿਆ ਕਿ ਮਨੁੱਖ ਕਿਹੋ ਜਿਹੀ ਨਿਰਮਾਣਤਾ ਦਾ ਧਾਰਨੀ ਹੋਵੇ। ਘਾਹ ਦੀਆਂ ਕਈ ਕਿਸਮਾਂ ਨੇ। ਘਾਹ ਦੀ ਕਿਸਮ ਦੇ ਵਿੱਚ ਹੀ ਇੱਕ ਸਾਡੇ ਇਲਾਕੇ ਵਿੱਚ ਹੁੰਦੀ ਦੱਬ, ਉਹ ਵੈਸੇ ਬੜੀ ਕਠੋਰ ਹੁੰਦੀ ਹੈ, ਪਰ ਉਸ ਨੂੰ ਕਾਰੇ ਲਿਆਉਣ ਵਾਸਤੇ, ਉਸ ਤੋਂ ਉਹਨੂੰ ਕੰਮੇ ਲਿਆਉਣ ਵਾਸਤੇ, ਖਾਸ ਤੌਰ ਤੇ ਜਿਸ ਵੇਲੇ ਬੇੜ ਆਦਿਕ ਵੱਟੇ ਜਾਂਦੇ ਨੇ ਭਰੀਆਂ ਬੰਨਣ ਲਈ, ਕਣਕਾਂ ਦੀ ਵਾਢੀ ਹੁੰਦੀ ਹੈ, ਉਹਦੀਆਂ ਪੰਡਾਂ ਬੰਨਣ ਲਈ, ਭਰੀਆਂ ਬੰਨਣ ਲਈ, ਜਾਂ ਪਰਾਲੀ ਦੇ ਬੇੜ ਵੱਟੇ ਜਾਂਦੇ ਸਨ, ਜਾਂ ਦੱਬ ਦੇ ਵੱਟੇ ਜਾਂਦੇ ਸਨ। ਦੱਬ ਕਠੋਰ ਹੁੰਦੀ ਸੀ, ਇਸ ਕਰਕੇ ਉਹਨੂੰ ਪਹਿਲਾਂ ਵੱਢਣਾ, ਫਿਰ ਉਹਨੂੰ ਸੁਕਾਉਣਾ, ਤੇ ਫਿਰ ਉਸ ਨੂੰ ਪਾਣੀ ਦੇ ਵਿੱਚ ਲਗਾਤਾਰ ਭਿਉਂ ਕੇ ਰੱਖਣਾ। ਕਦੀ ਕਦੀ ਉਹਨੂੰ ਰਾਹ ਦੇ ਉੱਤੇ ਵੀ ਵਿਛਾ ਦੇਣਾ ਵੀ ਲੰਘਦਾ ਕੋਈ ਵੀ ਵਾਹਨ ਜਿਹੜਾ ਹੈ ਉਹਦੇ ਟਾਇਰਾਂ ਦੇ ਨਾਲ, ਭਾਰ ਦੇ ਨਾਲ ਉਹਦੀ ਕਰੜਾਈ ਭੱਜ ਜਾਏ ਤੇ ਉਹ ਨਰਮ ਹੋ ਜਾਏ। ਫਿਰ ਉਸ ਨੂੰ ਪਾਣੀ ਦੇ ਵਿੱਚ ਭਿਉਂ ਕੇ ਚੰਗੀ ਤਰ੍ਹਾਂ ਉਸ ਨੂੰ, ਉਹਦੀ ਕਠੋਰਤਾ ਨੂੰ ਖਤਮ ਕਰ ਲੈਣਾ, ਤਾਂ ਕਿ ਉਹਨੂੰ ਆਪਣੇ ਹਿਸਾਬ ਨਾਲ ਮੋੜਿਆ ਜਾ ਸਕੇ। ਕਠੋਰ ਹੋਣ ਕਰਕੇ ਉਹ ਮੁੜੇਗੀ ਨਹੀਂ। ਯਾਨੀ ਕਿ ਉਹਦਾ ਇੱਕ ਪ੍ਰੋਸੈਸ ਹੁੰਦਾ ਸੀ, ਉਹਨੂੰ ਕਾਰੇ ਲਿਆਉਣ ਵਾਸਤੇ, ਕੰਮੇ ਲਿਆਉਣ ਵਾਸਤੇ, ਉਹਦੇ ਬੇੜ ਵੱਟਣ ਵਾਸਤੇ ਉਹਨੂੰ ਵੀ ਇੱਕ ਪ੍ਰੋਸੈਸ ਚੋਂ ਕੱਢਿਆ ਜਾਂਦਾ। ਬਾਬਾ ਸ਼ੇਖ ਫਰੀਦ ਸਾਹਿਬ ਇਹ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਫਰੀਦਾ ਥੀਓ, ਥੀਓ ਦਾ ਮਤਲਬ ਹੈ ਹੋ ਜਾ, ਪਵਾਹੀ ਦੱਬ, ਪਈ ਦੀ ਦੱਬ ਵਰਗਾ, ਪਈ ਤੇ ਪਈ ਹੋਈ ਦੱਬ ਵਰਗਾ, ਰਸਤੇ ਤੇ ਪਈ ਹੋਈ ਦੱਬ ਵਰਗਾ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ। ਜੇ ਤੂੰ ਲੋੜਦਾ ਹੈ, ਜੇ ਤੂੰ ਚਾਹੁੰਦਾ ਹੈ ਨਾ ਵੀ ਸਭ ਥਾਈਂ ਉਹ ਸਾਈਂ ਪਰਮੇਸ਼ਰ ਅਕਾਲ ਪੁਰਖ ਦਾ ਹੀ ਮੈਨੂੰ ਪਸਾਰਾ ਨਜ਼ਰ ਆਏ,
ਸਮੁੱਚੇ ਜਗਤ ਵਿੱਚ ਹੀ ਉਹ ਅਕਾਲ ਪੁਰਖ ਤੇ ਪਰਮੇਸ਼ਰ ਦਾ ਮੈਨੂੰ ਦੀਦਾਰ ਹੋਵੇ, ਉਸ ਦੀ ਸੋਝੀ ਹੋਵੇ, ਉਸ ਦਾ ਅਹਿਸਾਸ ਵੀ ਉਹੀ ਹੈ, ਉਸ ਤੋਂ ਬਿਨਾਂ ਕੋਈ ਦੂਜਾ ਨਹੀਂ। ਤਾਂ ਇਹਦੇ ਲਈ ਕਿਹੜਾ ਗੁਣ ਤੈਨੂੰ ਧਾਰਨ ਕਰਨਾ ਪਏਗਾ? ਆਪਣੀ ਹਉਂ ਛੱਡ ਕੇ ਨਿਰਮਾਣਤਾ ਵਿੱਚ ਆਉਣਾ ਪਏਗਾ। ਤੇ ਨਿਰਮਾਣਤਾ ਕਿਹੋ ਜਿਹੀ ਹੋਵੇ, ਇਹਦੀ ਇੱਕ ਮਿਸਾਲ ਦਿੱਤੀ, ਫਰੀਦਾ ਥਿਓ ਪਵਾਹੀ ਦਬ। ਜੇ ਸਾਈਂ ਲੋੜੈ ਸਭ, ਇੱਕ ਛਿਜੈ ਵਿਆਹ ਲਤਾੜੀਆਂ। ਕਹਿੰਦੇ ਨੇ ਇੱਕ ਛਿਜੈ, ਕਈ ਐਸੇ ਨੇ ਜਿਹੜੇ ਛਿਜਦੇ ਹਨ, ਭਾਵ ਉਸ ਦੱਬ ਨੂੰ ਵੱਢਦੇ ਹਨ। ਕਈ ਹਨ ਉਹਨੂੰ ਫਿਰ ਲਤਾੜਦੇ ਨੇ, ਪੈਰਾਂ ਥੱਲੇ ਲਤਾੜਦੇ ਨੇ ਤਾਂ ਕਿ ਉਹਦੀ ਕਠੋਰਤਾ ਭੱਜ ਜਾਏ। ਤੇ ਉਹ ਵੀ ਉਦੋਂ ਕੰਮ ਆਉਂਦੀ ਹੈ ਜਦੋਂ ਉਹਦੀ ਕਠੋਰਤਾ ਖਤਮ ਹੋ ਜਾਏ। ਬਸ ਉਸ ਬੂਟੇ ਵਰਗਾ ਹੋ ਜਾ। ਜਿਉਂ-ਜਿਉਂ ਗੁਰੂ, ਜਿਉਂ-ਜਿਉਂ ਸਾਈਂ ਤੇਰੀ ਕਠੋਰਤਾ ਨੂੰ ਖਤਮ ਕਰੇਗਾ, ਕਠੋਰਤਾ ਨੂੰ ਖਤਮ ਕਰਵਾਉਣਾ ਪ੍ਰਵਾਨ ਕਰ ਲੈ। ਭਾਵ ਸਾਈਂ ਦੇ ਦਰ ਤੇ ਤੇਰੀ ਹਉਮੈ ਨਹੀਂ ਚੱਲੇਗੀ। ਉਹ ਕਹੇਗਾ ਹਉਮੈ ਛੱਡ ਦੇ, ਤੇ ਆਪਣੀ ਹਉਮੈ ਛੱਡਦਾ ਜਾਈਂ। ਦਰਵੇਸ਼ੀ ਦੀ ਕਮਾਈ ਕਰਦਿਆਂ ਹਉਮੈ ਦਾ ਅਹਿਸਾਸ ਹੌਲੀ-ਹੌਲੀ ਤੇਰੇ ਅੰਦਰੋਂ ਮੁੱਕਣਾ ਚਾਹੀਦਾ। ਹੰਗਤਾ ਖਤਮ ਹੋਣੀ ਚਾਹੀਦੀ, ਉਹ ਕਿਸੇ ਵੀ ਕਿਸਮ ਦੀ ਹੋਵੇ। ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ, ਮਹਾਰਾਜ ਗੁਰੂ ਨਾਨਕ ਸਾਹਿਬ ਨੇ, ਆਪ ਗਵਾਈਐ ਤਾਂ ਸ਼ਹੁ ਪਾਈਐ, ਅਵਰ ਕੈਸੀ ਚਤੁਰਾਈ। ਆਪ ਗਵਾਈਐ ਦਾ ਮਤਲਬ ਹੈ ਆਪਣੀ ਈਗੋ ਨੂੰ ਪਾਸੇ ਕਰਕੇ ਰੱਖੀਏ। ਮੈਂ ਕੀ ਹਾਂ ਇਹ ਮਾਇਨੇ ਨਹੀਂ ਰੱਖਦਾ। ਮਾਇਨੇ ਇਹ ਰੱਖਦਾ ਹੈ, ਅਰਥ ਇਹ ਰੱਖਦਾ ਹੈ ਕਿ ਮੇਰਾ ਮਾਲਕ, ਮੇਰਾ ਪਰਮੇਸ਼ਰ ਕੀ ਚਾਹੁੰਦਾ ਹੈ। ਇਹਨੂੰ ਅਸੀਂ ਕਹਿੰਦੇ ਆ ਆਪਣਾ ਆਪ ਸਮਰਪਿਤ ਕਰਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤਿ ਦੇ ਬੜੇ ਤਤਵੇਤਾ, ਗੁਰਮੁਖ ਵਿਦਵਾਨ, ਗੁਰੂ ਹਜ਼ੂਰੀ ਦੇ ਕੀਮਤੀ ਰਤਨ ਹਨ। ਉਹਨਾਂ ਨੇ ਬਾ ਕਮਾਲ ਉਦਾਹਰਣ ਦਿੱਤੀ। ਕਹਿੰਦੇ ਨੇ ਜਿਵੇਂ ਮੁਰਦਾ ਸਰੀਰ ਹੋਵੇ, ਉਹ ਹਰਕਤ ਨਹੀਂ ਕਰਦਾ। ਉਸ ਦੀ ਕੋਈ ਨਿੰਦਾ ਕਰੇ ਉਹਦੇ ਸਾਹਮਣੇ, ਕੋਈ ਜਵਾਬ ਨਹੀਂ ਦੇਗਾ। ਕੋਈ ਵਡਿਆਈ ਕਰੇ ਉਹਨੂੰ ਕੋਈ ਖੁਸ਼ੀ ਨਹੀਂ ਹੋਏਗੀ। ਕਹਿੰਦੇ ਨੇ ਜੇ ਤੁਸੀਂ ਚਾਹੁੰਦੇ ਹੋ ਨਾ ਸੇਵਕੀ ਕਮਾਉਣੀ, ਤਾਂ ਤੁਹਾਡੇ ਅੰਦਰ ਵੀ ਕੋਈ ਆਪਣੀ ਵਡਿਆਈ ਸੁਣ ਕੇ ਹੰਕਾਰ ਦਾ ਭਾਵ ਪੈਦਾ ਨਹੀਂ ਹੋਣਾ ਚਾਹੀਦਾ, ਤੇ ਨਿੰਦਾ ਸੁਣ ਕੇ ਢਹਿੰਦੀ ਕਲਾ ਦਾ ਭਾਵ ਪੈਦਾ ਨਹੀਂ ਹੋਣਾ ਚਾਹੀਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਗਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ, ਦਰ ਦਰ ਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਕਹਿੰਦੇ ਉਹਦੀ ਸ਼ੋਭਾ ਪਤਾ ਕਿਵੇਂ ਦੀ ਹੁੰਦੀ? ਜਿਵੇਂ ਈਦ ਦਾ ਚੰਦ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਜਿਸ ਨੇ ਆਪਣੀ ਹੰਗਤਾ ਨੂੰ ਇੱਕ ਪਾਸੇ ਰੱਖ ਲਿਆ, ਈਗੋ ਨੂੰ ਇੱਕ ਪਾਸੇ ਰੱਖ ਲਿਆ, ਕਿਉਂਕਿ ਸਮਰਪਣ ਭਾਵ ਵਿੱਚ ਸਭ ਤੋਂ ਵੱਡੀ ਰੁਕਾਵਟ ਈਗੋ, ਹਉਮੈ, ਅਹੰਕਾਰ, ਉਹ ਕਿਸੇ ਵੀ ਕਿਸਮ ਦਾ ਹੋ ਸਕਦਾ। ਮੈਂ ਪਹਿਲਾਂ ਬਿਆਨ ਕੀਤੀ। ਤੋ ਸਤਿਗੁਰੂ ਮਹਾਰਾਜ ਨੇ ਇਸ ਨੂੰ ਫਰਮਾਇਆ, ਜੇ ਸਾਈਂ ਲੋੜੈ ਸਭ, ਇੱਕ ਛਿਜੈ ਵਿਆਹ ਲਤਾੜੀਆਂ, ਤਾਂ ਸਾਈਂ ਦਹਿ ਦਰਵਾੜੀ। ਇਸ ਦਾ ਇੱਕ ਭਾਵ ਵਿਚਾਰਵਾਨਾਂ ਨੇ ਵੀ ਦਿੱਤਾ ਵੀ ਕਈ ਇੱਕ ਐਸੇ ਨੇ ਜਿਹੜੇ ਆਪਣੀ ਹਉਮੈ ਨੂੰ ਛਿਜ ਲੈਂਦੇ ਨੇ, ਖਤਮ ਕਰ ਲੈਂਦੇ ਨੇ। ਕਈ ਇੱਕ ਐਸੇ ਨੇ ਜਿਹੜੇ ਲਤਾੜੇ ਜਾਣਾ ਪ੍ਰਵਾਨ ਕਰਦੇ ਨੇ, ਭਾਵ ਧੀਰਜ ਰੱਖ ਕੇ ਸਹਿਣ ਕਰਦੇ ਨੇ, ਆਪਣੀ ਹਉਮੈ, ਆਪਣੀ ਈਗੋ ਨੂੰ ਨੀਵਾਂ ਕਰ ਲੈਂਦੇ, ਬਰਦਾਸ਼ਤ ਕਰਦੇ। ਇਹਦੇ ਲਈ ਬਰਦਾਸ਼ਤ ਕਰਨਾ ਪੈਂਦਾ ਹੈ ਨਾ। ਜਦੋਂ ਸਾਡੀ ਹਉ ਨੂੰ ਚੋਟ ਪਹੁੰਚਦੀ ਹੈ ਤਾਂ ਮਨੁੱਖ ਉਸੇ ਵੇਲੇ ਹੀ ਆਪੇ ਤੋਂ ਬਾਹਰ ਹੁੰਦਾ। ਉਸ ਨੂੰ ਕਹਿੰਦੇ ਤਾਂ ਸਾਈਂ ਦੇ ਦਰਵਾੜੀਆਂ, ਤਾਂ ਤੂੰ ਸਾਈਂ ਦੇ ਦਰ ਤੇ ਪ੍ਰਵਾਨਿਆ ਜਾਏਗਾ, ਤਾਂ ਉਸ ਮਾਲਕ ਦੇ ਦਰ ਤੇ ਕਬੂਲ ਹੋਵੇਂਗਾ, ਤਾਂ ਉਸ ਦੇ ਦਰ ਦੇ ਉੱਤੇ ਤੈਨੂੰ ਢੋਈ ਪ੍ਰਾਪਤ ਹੋਏਗੀ, ਥਾਂ ਮਿਲੇਗੀ। ਭਾਵ ਉਹਦੇ ਦਰ ਦੇ ਉੱਤੇ ਕਬੂਲ ਹੋਵੇਂਗਾ, ਪ੍ਰਵਾਨ ਹੋਵੇਂਗਾ। ਫਿਰ ਅੱਗੇ ਫਰਮਾਉਂਦੇ ਹਨ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਈ,
ਜੀਵੰਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਖਾਕ ਤੋਂ ਭਾਵ ਹੈ ਮਿੱਟੀ। ਮਿੱਟੀ ਨੂੰ ਨਿੰਦੀਏ ਨਾ। ਇਸ ਵਰਗਾ ਹੋਰ ਕੋਈ ਵੀ ਨਹੀਂ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ। ਜੀਵਦਿਆਂ ਪੈਰਾਂ ਥੱਲੇ, ਜਿਉਂਦੇ ਹਾਂ ਤੇ ਪੈਰਾਂ ਥੱਲੇ ਹੈ, ਮੋਇਆਂ ਮਰ ਜਾਂਦੇ ਹਾਂ ਤੇ ਇਹ ਮਿੱਟੀ ਹੀ ਸਾਨੂੰ ਢੱਕ ਲੈਂਦੀ। ਇੱਕ ਤਾਂ ਇਹ ਜ਼ਾਹਰਾ, ਜਿਹਨੂੰ ਆਪਾਂ ਕਹਿੰਦੇ ਪ੍ਰਤੱਖ ਜਿਹੀ ਇੱਕ ਉਦਾਹਰਣ ਹੈ ਕਿ ਮਿੱਟੀ ਨਾਲ ਨਫ਼ਰਤ ਕਰਦਾ ਹੈ। ਭਾਵ ਇਹਦਾ ਇਹ ਹੈ ਕਿ ਜ਼ਰਾ ਜਿੰਨੀ ਵੀ ਜਿਹੜੀ ਕੁਦਰਤ ਦੇ ਜਿਹੜੇ ਬਣੇ ਹੋਏ ਨਿਯਮ ਹਨ, ਕੁਦਰਤ ਦੀ ਜਿਹੜੀ ਪ੍ਰਕਿਰਿਆ ਹੈ, ਉਸ ਤੋਂ ਭੱਜਦਾ ਹੈ। ਬੜਾ ਆਪਣੇ ਆਪ ਨੂੰ ਸਵਰਿਆ ਹੋਇਆ ਦੱਸਦਾ ਵੀ ਮੇਰੇ ਵਰਗਾ ਸਵਰਿਆ ਕੋਈ ਨਹੀਂ। ਇੱਕ ਤਾਂ ਇਹ ਬਾਹਰੀ ਪ੍ਰਤੀਕ ਹੈ ਵੀ ਇਹੀ ਮਿੱਟੀ ਨੇ ਕੱਲ ਨੂੰ ਜਿਸ ਵੇਲੇ ਤੂੰ ਕਬਰ ਵਿੱਚ ਪਿਓ ਤੇ ਤੈਨੂੰ ਇਸੇ ਨੇ ਕੱਜਣਾ। ਅੱਜ ਇਹ ਪੈਰਾਂ ਥੱਲੇ ਹੈ, ਕੱਲ ਨੂੰ ਇਹ ਮਿੱਟੀ ਤੈਨੂੰ ਢੱਕ ਲਏਗੀ, ਆਪਣੇ ਆਗੋਸ਼ ਵਿੱਚ ਲੈ ਲਏਗੀ। ਪਰ ਇਹ ਪ੍ਰਤੀਕ ਕਿਹਦੇ ਲਈ ਵਰਤੇ, ਇਹਦਾ ਭਾਵ ਵੀ ਸਮਝਾਉਣਾ ਚਾਹੀਦਾ ਹੈ ਨਾ। ਤੋ ਖਾਕ ਦਾ ਭਾਵ ਇੱਥੇ ਨਿਮਰਤਾਵਾਨ ਮਨੁੱਖ ਤੋਂ ਹੈ ਵੀ ਜੇ ਕੋਈ ਨਿਮਰਤਾ ਨਾਲ ਪੇਸ਼ ਆਉਂਦਾ ਹੈ ਤੇ ਉਹਨੂੰ ਉਹਦੀ ਕਮਜ਼ੋਰੀ ਕਹਿ ਕੇ ਭੰਡੋ ਨਾ, ਨਿੰਦੋ ਨਾ। ਉਹ ਬਹੁਤ ਵੱਡਾ ਗੁਣੀ ਮਨੁੱਖ ਹੈ। ਅਸੀਂ ਕੀ ਕਹਿੰਦੇ ਆ, ਇਹਦੇ ਪੱਲੇ ਕੁਝ ਨਹੀਂ ਹੋਣਾ, ਇਹ ਕਮਜ਼ੋਰ ਹੋਣਾ ਹੈ। ਜਾਂ ਫਿਰ ਅਸੀਂ ਅਣਖ ਤੇ ਹੰਕਾਰ ਵਿੱਚ ਇੱਕ ਅੰਤਰ ਹੁੰਦਾ ਹੈ, ਇਹਨੂੰ ਜ਼ਰੂਰ ਸਮਝੀਏ। ਜਾਂ ਫਿਰ ਅਸੀਂ ਉਸ ਨਿਮਰਤਾਵਾਨ ਮਨੁੱਖ ਨੂੰ ਕਹਾਂਗੇ ਇਹਦੀ ਅਣਖ ਮਰ ਗਈ ਹੋਣੀ ਹੈ। ਅਸੀਂ ਜਾਨੀ ਕਿ ਉਹਨੂੰ ਚੁੱਕਣਾ ਦਿਆਂਗੇ ਕਿਸੇ ਨਾ ਕਿਸੇ ਰੂਪ 'ਚ, ਕਿਉਂਕਿ ਅਸੀਂ ਤਮਾਸ਼ਾ ਜੋ ਵੇਖਣਾ ਹੁੰਦਾ, ਸਾਨੂੰ ਲੱਗਦਾ ਹੈ ਗੱਲ ਤੇ ਬਣੀ ਨਹੀਂ। ਉਸ ਮਨੁੱਖ ਨੂੰ ਫਿਰ ਅਸੀਂ ਟਾਰਗੇਟ ਕਰਦੇ ਹਾਂ। ਉਹਨੇ ਵੱਡੀ ਮੁਸੀਬਤ ਟਾਲ ਲਈ ਹੁੰਦੀ ਹੈ, ਆਪਣੇ ਲਈ ਵੀ ਤੇ ਦੂਜੇ ਲਈ ਵੀ, ਪਰ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਲਿਆ ਕੇ ਮੈਦਾਨੇ ਜੰਗ 'ਚ ਖੜਾ ਕਰ ਦਈਏ ਕਿਸੇ ਤਰ੍ਹਾਂ। ਅਸੀਂ ਫਿਰ ਉਹਨੂੰ ਹੋਰੇ ਮਾਰਦੇ ਹਾਂ, ਗੱਲਾਂ ਕਰਦੇ ਹਾਂ, ਉਹਨੂੰ ਭੰਡਦੇ ਹਾਂ, ਉਹਨੂੰ ਨਿੰਦਦੇ ਹਾਂ। ਅਸੀਂ ਸਲਾਉਂਦੇ ਨਹੀਂ ਵੀ ਤੂੰ ਕਲੇਸ਼ ਤੋਂ ਆਪ ਵੀ ਬਚੇ, ਦੂਜੇ ਨੂੰ ਵੀ ਬਚਾਇਆ, ਬੜਾ ਚੰਗਾ ਕੀਤਾ। ਅੱਛਾ, ਪਹਿਲੋਂ ਅਸੀਂ ਲੜਾਉਣ ਵਾਲਿਆਂ 'ਚ ਹੁੰਦੇ ਹਾਂ ਤੇ ਫਿਰ ਅਸੀਂ ਸੁਲ੍ਹਾ ਕਰਾਉਣ ਵਾਲਿਆਂ 'ਚ ਵੀ ਹੁੰਦੇ ਹਾਂ। ਸਾਡੀ ਬਿਰਤੀ ਹੈ ਨਾ ਮਨੁੱਖ ਦੀ, ਕਿਉਂਕਿ ਅਸੀਂ ਮਨੋਰੰਜਨ ਚਾਹੁੰਦੇ ਹਾਂ, ਭਾਵੇਂ ਉਹ ਤਬਾਹੀ ਵਿੱਚੋਂ ਮਿਲੇ ਤੇ ਭਾਵੇਂ ਉਹ ਬੜੇ ਵਧੀਆ ਮਾਹੌਲ ਵਿੱਚੋਂ ਮਿਲੇ। ਜਿੰਨਾ ਚਿਰ ਮਨੁੱਖ ਆਪਣੇ ਸ਼ਰਾਰਤੀ ਮਨ ਦੀਆਂ ਇਹਨਾਂ ਖੇਡਾਂ ਨੂੰ ਪਕੜ ਵਿੱਚ ਨਹੀਂ ਲਿਆਉਂਦਾ, ਉਹਨਾਂ ਚਿਰ ਉਹ ਧਰਮੀ ਤੇ ਪਰਮੇਸ਼ਰ ਦੇ ਦਰ ਦਾ ਪਾਂਧੀ ਨਹੀਂ ਹੋ ਸਕਦਾ। ਇਹੀ ਤੇ ਸਾਡੇ ਮਨ ਦੀਆਂ ਤਹਿਆਂ 'ਚ ਭਰਿਆ ਹੈ। ਤੋ ਇੱਕ ਹੰਕਾਰੀ ਮਨੁੱਖ ਹੈ, ਉਹਨੂੰ ਸਲਾਮਾਂ ਕੀਤੀਆਂ ਜਾਂਦੀਆਂ ਨੇ, ਸਿਜਦਾ ਹੁੰਦਾ ਹੈ। ਇੱਕ ਨਿਮਰਤਾਵਾਨ ਮਨੁੱਖ ਹੈ, ਉਹ ਸਾਨੂੰ ਲੱਗਦਾ ਹੈ ਵੀ ਹੰਕਾਰ ਭਰੇ ਇਸ ਸੰਸਾਰ ਦੇ ਅੰਦਰ ਜਿਹੜਾ ਨਿਮਰਤਾਵਾਨ ਬੰਦਾ ਉਹ ਕਮਜ਼ੋਰ ਹੈ, ਉਹ ਅਸਲੋਂ ਹੀ ਗਰਕਿਆ ਹੋਇਆ ਹੈ। ਅਸੀਂ ਉਹਨੂੰ ਕਈ ਸ਼ਬਦ ਦੇ ਸਕਦੇ ਹਾਂ, ਸਾਡੀ ਇੱਛਾ ਹੁੰਦੀ, ਜਿਹੋ ਜਿਹਾ ਸ਼ਬਦ ਸਾਨੂੰ ਆਉਂਦਾ ਹੋਵੇ ਅਸੀਂ ਉਸ ਨੂੰ ਦੇ ਦਿੰਦੇ, ਉਪਾਧੀ ਦੇ ਦਿੰਦੇ। ਪਰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨਿਮਰਤਾਵਾਨ ਮਨੁੱਖ ਨੂੰ ਭੰਡ ਨਾ ਸਮਝ, ਉਸ ਬੰਦੇ ਨੇ ਕਿੰਨੀ ਪੇਸ਼ੈਂਸ ਕਮਾਈ ਹੈ, ਕਿੰਨਾ ਧੀਰਜ ਕਮਾਇਆ ਹੈ। ਉਛਲਣਾ ਤੇ ਹਰ ਕੋਈ ਜਾਣਦਾ ਹੈ, ਆਪਣੇ ਆਪ 'ਚ ਸਮਾਉਣਾ ਵਿਰਲਾ ਜਾਣਦਾ। ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਨਾ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਖਾਲੀ ਭਾਂਡਾ ਹਮੇਸ਼ਾ ਜ਼ਿਆਦਾ ਖੜਕੇਗਾ ਤੇ ਹਿੱਲੇਗਾ ਵੀ, ਭਰਿਆ ਹੋਏ ਸੋ ਕਬੋ ਨਾ ਡੋਲੇ। ਸਾਡੇ ਮੁਲਕ ਵਿੱਚ ਸਾਜ਼ ਵਜਾਉਣ ਵਾਲੇ ਆਉਂਦੇ ਸਨ, ਉਹ ਘੜਾ ਵੀ ਲਿਆਉਂਦੇ ਸਨ ਨਾਲ ਸਾਜ਼ ਵਜਾਉਣ, ਅੱਜ ਵੀ ਵਜਾਉਂਦੇ ਨੇ ਕਿਤੇ ਕਿਤੇ। ਕਦੇ ਕਿਸੇ ਨੇ ਨਹੀਂ ਸੁਣਿਆ ਜਾਂ ਵੇਖਿਆ ਕਿ ਪਾਣੀ ਦਾ ਭਰ ਕੇ ਘੜਾ ਲਿਆ ਕੇ ਸਟੇਜ ਤੇ ਰੱਖ ਕੇ ਉਹਨੂੰ ਕੋਈ ਵਜਾ ਲਿਆ, ਨਹੀਂ, ਖਾਲੀ ਵਜਾਉਣਗੇ, ਆਵਾਜ਼ ਹੀ ਖਾਲੀ ਦੀ ਆਉਣੀ ਹੈ। ਛੂਛਾ ਘੱਟ, ਖਾਲੀ ਹਿਰਦਾ ਹੀ ਹਉਮੈ ਤੇ ਹੰਕਾਰ ਦੀਆਂ ਗੱਲਾਂ ਕਰਦਾ। ਜਿਹੜਾ ਭਰ ਜਾਏ ਨਾ ਗੁਣਾਂ ਨਾਲ, ਉਹ ਡਾਵਾਂ ਡੋਲ ਨਹੀਂ ਹੁੰਦਾ, ਉਹ ਟਿਕਾ 'ਚ ਰਹਿੰਦਾ, ਉਹ ਆਪਣੀ ਸਮਰੱਥਾ 'ਚ ਜੀਂਦਾ ਹੈ, ਸ਼ੁਕਰ ਕਰਦਾ ਹੈ, ਸਬਰ 'ਚ ਰਹਿੰਦਾ ਹੈ। ਅਸੀਂ ਕਿੰਨੀਆਂ ਹੀ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਕੋਰਡਿੰਗ ਤਾਰੀਖ ਇਤਿਹਾਸ ਵਿੱਚੋਂ ਲੈ ਸਕਦੇ ਹਾਂ, ਕਿੰਨੀਆਂ ਹੀ, ਬਹੁਤ ਸਾਰੀਆਂ ਨੇ। ਤੋ ਸਤਿਗੁਰੂ ਮਹਾਰਾਜ ਨੇ ਸਾਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਣਖ ਗੈਰਤ ਨਾਲ ਜੀਣਾ ਸਿਖਾਇਆ ਹੈ, ਜ਼ੁਲਮ ਦਾ ਵਿਰੋਧ ਕਰਨਾ ਸਿਖਾਇਆ, ਜ਼ੁਲਮ ਨੂੰ ਠੱਲਣ ਲਈ ਰਣ ਤੱਤੇ ਵਿੱਚ ਨਿਤਰਨਾ ਵੀ ਸਿਖਾਇਆ।
ਪਰ ਜ਼ੁਲਮ ਦੇ ਬੜੇ ਪੱਧਰ ਨੇ। ਆਮ ਸਾਧਾਰਨ ਜੀਵਨ ਦੇ ਵਿੱਚ, ਸਧਾਰਨ ਜੀਵਨ ਵਿੱਚ ਵਿਚਰਦਿਆਂ ਵੀ ਜੇ ਅਸੀਂ ਸਧਾਰਨ ਜੀਵਨ ਨੂੰ ਹਰ ਵਕਤ ਹਰ ਘੜੀ ਮੈਦਾਨੇ ਜਾਂਗੀ ਮਿੱਥ ਕੇ ਤੁਰਾਂਗੇ ਤੇ ਫਿਰ ਜ਼ਿੰਦਗੀ ਦਾ ਕੋਈ ਵੀ ਮਸਲਾ ਹੱਲ ਹੋਣ ਵਾਲਾ ਨਹੀਂ। ਅਸੀਂ ਗੁਰੂ ਸਾਹਿਬ ਜੀ ਦਾ ਜੀਵਨ ਪੜ੍ਹੀਏ। ਜਿਸ ਵੇਲੇ ਤੁਹਾਡੀ ਦਲੀਲ, ਤੁਹਾਡੀ ਅਪੀਲ, ਤੁਹਾਡੇ ਧੀਰਜ, ਹਰ ਇੱਕ ਹੀਲੇ ਦਾ ਖਾਤਮਾ ਹੋ ਜਾਏ, ਫਿਰ ਉਸ ਨੂੰ ਸ਼ਮਸ਼ੀਰ ਦਸਤ ਕਿਹਾ। ਤਲਵਾਰ ਆਖਰੀ ਹੀਲਾ ਹੈ, ਪਹਿਲਾ ਹੀਲਾ ਨਹੀਂ ਹੈ, ਆਖਰੀ ਸਟੈਪ ਹੈ। ਔਰ ਇਸ ਸ਼ਲੋਕ ਦੇ ਅਕੋਰਡਿੰਗ ਆਪਾਂ ਇਸ ਗੱਲ ਨੂੰ ਸਮਝੀਏ। ਕਹਿੰਦੇ ਨਿਮਰਤਾਵਾਨ ਮਨੁੱਖ ਦੀ ਨਿਮਰਤਾ ਨੂੰ, ਇਹ ਵੀ ਫਰਕ ਸਮਝ ਲਈਏ, ਨਿਮਰਤਾ ਤੇ ਕਮਜ਼ੋਰੀ 'ਚ ਫਰਕ ਹੁੰਦਾ ਹੈ। ਐਸਾ ਨਹੀਂ ਵੀ ਤਕੜਾ ਮਨੁੱਖ ਹੋਵੇ ਤੇ ਅਸੀਂ ਲਿਫ ਜਾਈਏ ਤੇ ਕਹੀ ਜੀ ਮੇਰੇ 'ਚ ਤਾਂ ਬੜੀ ਨਿਮਰਤਾ ਹੈ, ਤੇ ਆਪਣੇ ਤੋਂ ਮਾੜਾ ਟੱਕਰ ਪਏ ਤੇ ਉਹਦੇ ਗਲ ਪੈ ਜਾਈਏ ਤੇ ਆਖੀਏ ਅਸੀਂ ਤਾਂ ਬੜੀ ਅਣਖ ਵਾਲੇ ਹੁੰਦੇ ਆ। ਨਹੀਂ, ਅਣਖ ਉੱਥੇ ਚੱਲਣੀ ਸੀ ਜਿੱਥੇ ਤੁਹਾਡੇ ਤੋਂ ਤਕੜਾ ਸੀ, ਨਿਮਰਤਾ ਉੱਥੇ ਚੱਲਣੀ ਸੀ ਜਿੱਥੇ ਤੁਹਾਡੇ ਤੋਂ ਮਾੜਾ। ਦੋਵਾਂ ਨੂੰ ਅਸੀਂ ਇੱਕ ਦੂਜੇ ਦੇ ਵਿਰੋਧੀ ਥਾਂ ਤੇ ਵਰਤ ਲੈਂਦੇ। ਜੇ ਸੱਚਮੁੱਚ ਹੀ ਸਾਡੇ ਵਿੱਚ ਅਣਖ ਹੈ ਤੇ ਗਰੀਬ ਦੇ ਉੱਤੇ ਕਿਉਂ? ਉਹ ਤਾਂ ਵਿਚਾਰਾ ਪਿਆਰ ਨਾਲ ਵੀ ਸਮਝ ਆਏਗਾ, ਉਹਨੂੰ ਪਤਾ ਹੈ। ਤੋ ਕਈ ਵਾਰ ਅਸੀਂ ਇਸ ਤਰ੍ਹਾਂ ਦੀ ਸਾਡਾ ਮਨ ਇਸ ਤਰ੍ਹਾਂ ਦੀ ਚਲਾਕੀ ਵੀ ਖੇਡਦਾ ਹੈ। ਖੈਰ, ਇੱਥੇ ਆਖਦੇ ਨੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਨਿਮਰਤਾਵਾਨ ਮਨੁੱਖ ਵਰਗਾ ਕੋਈ ਨਹੀਂ ਹੁੰਦਾ ਜੀਵਦਿਆਂ ਪੈਰਾਂ ਤਲੇ। ਜਿੰਨਾ ਚਿਰ ਤੂੰ ਹਉਮੈ ਦੀ ਜ਼ਿੰਦਗੀ ਜਿਉਣਾ ਨੇ, ਤੈਨੂੰ ਲੱਗਦਾ ਬੰਦਾ ਤਾਂ ਮਿੱਟੀ ਵਰਗਾ ਹੈ, ਖਾਕ ਹੈ, ਇਹਦੀ ਜਗ੍ਹਾ ਮੇਰੇ ਪੈਰਾਂ 'ਚ ਹੈ। ਤੂੰ ਉਹਨੂੰ ਝੁਕਾਉਂਦਾ ਰਹਿਣਾ ਹੈ, ਤੂੰ ਉਹਦਾ ਮਾੜਾ ਲੋਚਦਾ ਹੈ, ਤੂੰ ਉਹਨੂੰ ਤਾਨੇ ਵੀ ਦਿੰਦਾ ਹੈ, ਤੂੰ ਉਹਨੂੰ ਮਿਹਣੇ ਵੀ ਦਿੰਦਾ ਹੈ, ਪਰ ਮੁਆ ਉੱਪਰ ਹੋਏ। ਜਿਸ ਵੇਲੇ ਤੂੰ ਹਉਮੈ ਵੱਲੋਂ ਮਰ ਜਾਏ, ਹਉਮੈ ਵੱਲੋਂ ਮੁਕਤ ਹੋ ਜਾਏ, ਤਾਂ ਤੂੰ ਹੀ ਉਹਦਾ ਸਤਿਕਾਰ ਕਰਨ ਲੱਗੇਗਾ। ਤੂੰ ਕਹੇਗਾ ਵਾਹ, ਇਹ ਕਮਾਈ ਹੈ ਜਿਹੜੀ ਇਸ ਮਨੁੱਖ ਨੇ ਕੀਤੀ ਹੈ, ਇਹਦਾ ਰੁਤਬਾ ਮੇਰੇ ਤੋਂ ਉੱਚਾ ਹੈ। ਆਪਸ ਕਹੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਾਨੇ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰੇਸ਼ਟ ਸਾਜਨਾ। ਉਹ ਗਰੀਬ ਨਵਾਜ਼ ਬਖਸ਼ਿਸ਼ ਕਰਦੇ ਨੇ, ਫਰੀਦਾ ਜਾਨ ਲਾਭੂ ਤਾਂ ਨੇਹੁ ਕਿਆ, ਲਾਭੂ ਤਾਂ ਕੂੜਾ ਨੇ। ਕਿਚਰ ਝੱਤ ਲੰਘਾਈਐ, ਛਪਰ ਟੁੱਟੈ ਮੇਹ। ਲੱਭ ਦਾ ਭਾਵ ਹੈ ਚਸਕਾ, ਨੇ ਦਾ ਭਾਵ ਹੈ ਪ੍ਰੇਮ। ਜੇ ਤੇਰੀ ਸੁਰਤ ਤੇ ਮਨ ਤੇ ਜੀਵਨ ਚਸਕਿਆਂ 'ਚ ਗਰਸਿਆ ਹੈ ਤੇ ਤੂੰ ਨੇ ਨਹੀਂ ਪਾਲ ਸਕੇਗਾ। ਨੇ ਦਾ ਮਤਲਬ ਹੈ ਮੁਹੱਬਤ, ਅੱਲਾਹ ਨਾਲ, ਪਰਮੇਸ਼ਰ ਨਾਲ ਤੂੰ ਪ੍ਰੇਮ ਨਹੀਂ ਪਾਲ ਸਕੇਗਾ ਜੇ ਤੇਰਾ ਮਨ ਚਸਕਿਆਂ ਵਿੱਚ ਗਲਤਾਨ ਹੈ, ਨਫਸ ਦਾ ਬੱਝਾ ਹੋਇਆ, ਖਾਸ਼ਾਂ ਦਾ ਬੱਝਾ ਹੋਇਆ, ਵਾਸ਼ਨਾਮਾ 'ਚ ਘਿਰਿਆ ਹੋਇਆ। ਆਖਦੇ ਨੇ ਜਾਂ ਲੱਭ ਤਾਂ ਨੇ ਕਿਆ, ਲੱਭ ਤਾਂ ਕੂੜਾ ਨੇ। ਜੇ ਚਸਕਿਆਂ ਵਿੱਚ ਹੈ ਤਾਂ ਉਹਦਾ ਭਾਵ ਹੈ ਵੀ ਜੇ ਤੂੰ ਵਿਸ਼ੇ ਵਿਕਾਰ ਨੂੰ ਚੰਗਾ ਸਮਝਦਾ, ਹਉਮੈ ਨੂੰ ਚੰਗਾ ਸਮਝਦਾ ਤੇ ਹਉਮੈ ਦਾ ਰਸ ਲੈਣਾ, ਹਉਮੈ 'ਚੋਂ ਸਵਾਦ ਟੇਸਟ ਲੈਣਾ, ਈਰਖਾ 'ਚੋਂ ਟੇਸਟ ਲੈਣਾ, ਕ੍ਰੋਧ 'ਚੋਂ ਟੇਸਟ ਲੈਣਾ, ਇਹ ਚੀਜ਼ਾਂ ਤੇਰਾ ਟੇਸਟ ਬਣ ਗਈਆਂ ਹਨ ਨਾ ਜੇ, ਤੇ ਉਸ ਅੱਲਾਹ ਤਾਲਾ ਨਾਲ, ਉਸ ਖੁਦਾ ਨਾਲ ਤੇਰਾ ਪ੍ਰੇਮ ਸੱਚਾ ਨਹੀਂ ਹੋ ਸਕਦਾ। ਇਵੇਂ ਤੂੰ ਕਿੰਨਾ ਕੁ ਸਮਾਂ ਦੁਬਦਾ ਵਿੱਚ ਜੀਵੇਂਗਾ। ਤੇਰੀ ਹਾਲਤ ਇਵੇਂ ਹੈ, ਕਿਚਰ ਝੱਤ ਲੰਘਾਈ ਹੈ, ਛੱਪਰ ਟੁੱਟੈ ਮੈਂ। ਕਿਚਰ ਕਿੰਨਾ ਕੁ ਚਿਰ, ਝੱਤ ਸਮਾਂ ਲੰਘਾਈ ਹੈ, ਲੰਘਾਇਆ ਜਾ ਸਕਦਾ ਹੈ। ਛੱਪਰ ਟੁੱਟੈ ਮੈਂ, ਮੀਂਹ ਪੈ ਰਿਹਾ ਹੋਵੇ ਤੇ ਛੱਪਰ ਟੁੱਟਾ ਹੋਵੇ ਤੇ ਉਹਦੇ ਥੱਲੇ ਕਿੰਨਾ ਕੁ ਚਿਰ ਬੰਦਾ ਸੁੱਕਾ ਰਹਿ ਸਕਦਾ, ਕਿੰਨਾ ਕੁ ਝੱਤ ਲੰਘਾਏਗਾ, ਸਮਾਂ ਲੰਘਾਏਗਾ, ਅਖੀਰ ਤੇ ਭਿੱਜੇਗਾ ਹੀ ਨਾ। ਨੇ ਦਾ ਵਿਖਾਵਾ ਨਹੀਂ ਹੋ ਸਕਦਾ, ਨੇ ਕਮਾਇਆ ਜਾ ਸਕਦਾ। ਇਸ ਕਰਕੇ ਨੇ ਨੂੰ ਕਮਾਉਣ ਦੀ, ਪ੍ਰੇਮ ਨੂੰ ਕਮਾਉਣ ਦੀ ਪਹਿਲੀ ਸ਼ਰਤ ਹੈ ਤਿਆਗ। ਜਿਹੜਾ ਮਨੁੱਖ ਜ਼ਿੰਦਗੀ ਵਿੱਚ ਸਾਂਝ ਬਣਾਉਣੀ ਚਾਹੁੰਦਾ ਹੈ ਤੇ ਉਸ ਸਾਂਝ ਦੇ ਵਿੱਚ ਜਿਹੜੀਆਂ ਅੜਚਣਾਂ ਨੇ ਉਹਨਾਂ ਦਾ ਤਿਆਗ ਨਹੀਂ ਕਰਨਾ ਚਾਹੁੰਦਾ, ਉਹ ਸੱਚਾ ਨੇ ਕਰਨ ਵਾਲਾ, ਸੱਚਾ ਪ੍ਰੇਮ ਕਰਨ ਵਾਲਾ ਨਹੀਂ ਹੋ ਸਕਦਾ। ਇਸ ਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਹੈ,
ਨੀ ਮਹਿੰਜਾ ਤਉ ਨਾਲ, ਵਿਆਹ ਨੇ ਕੂੜਾ ਵੇਡੇ, ਕੱਪੜ ਭੋਗ ਡਰਾਵਣੇ, ਜਿਚਰ ਪਿਰੀ ਰੰਡੇ। ਆਖਦੇ ਨੇ ਮੇਰੇ ਲਈ ਦੁਨੀਆ ਦੀ ਹਰ ਸਹੂਲਤ ਨਰਕ ਸਮਾਨ ਹੈ, ਦੁਖਦਾਈ ਹੈ। ਤੇਰੇ ਨੇ ਦੇ ਸਾਹਮਣੇ ਬਾਕੀ ਸਾਰੇ ਨੇ ਫਿੱਕੇ ਹਨ, ਉਹਨਾਂ ਦੀ ਕੋਈ ਕੀਮਤ ਨਹੀਂ। ਤੇਰਾ ਪ੍ਰੇਮ ਸਭ ਤੋਂ ਅਮੋਲਕ ਹੈ। ਪ੍ਰੇਮ ਦਾ ਮਾਰਗ ਆਪਣੇ ਆਪ ਨੂੰ ਤਿਆਗਣ ਦਾ ਮਾਰਗ ਹੈ। ਪ੍ਰੇਮ ਦਾ ਮਾਰਗ ਹਰ ਉਸ ਚੀਜ਼ ਦਾ ਤਿਆਗ ਕਰਵਾਉਂਦਾ ਹੈ ਜਿਹੜੀ ਚੀਜ਼ ਤੁਹਾਡੇ ਔਰ ਉਸ ਪਿਆਰੇ ਮਹਿਬੂਬ ਮਾਲਕ ਦੇ, ਗੁਰੂ ਦੇ, ਪਰਮੇਸ਼ਰ ਦੇ ਰਾਹ ਵਿੱਚ ਕਿਸੇ ਵੀ ਤਰ੍ਹਾਂ ਦੀ ਬਾਧਾ ਜਾਂ ਰੁਕਾਵਟ ਬਣਦੀ ਹੋਵੇ। ਉਸ ਨੂੰ ਛੱਡਣਾ ਹੁੰਦਾ, ਉਸ ਨੂੰ ਤਿਆਗ ਕੇ ਅੱਗੇ ਨਿਕਲਣਾ ਹੁੰਦਾ। ਤੋ ਅੱਗੇ ਫਰਮਾਉਂਦੇ ਹਨ ਅਗਲੇ ਸ਼ਲੋਕ ਵਿੱਚ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਐ, ਜੰਗਲ ਕਿਆ ਢੂੰਡੇ। ਇਹ ਫਰੀਦ ਕੀ ਜੰਗਲ ਜੰਗਲ ਭਟਕਦਾ, ਤੂੰ ਸੋਚਦਾ ਹੈ ਵੀ ਖਾਸ਼ਾਂ ਨੂੰ ਛੱਡੇ ਬਿਨਾ, ਤੂੰ ਸੋਚਦਾ ਹੈ ਹਉਮੈ ਨੂੰ ਤਿਆਗੇ ਬਿਨਾ, ਤੂੰ ਸੋਚਦਾ ਹੈ ਨਿਮਰਤਾ ਕਮਾਏ ਬਿਨਾ, ਧੀਰਜ ਕਮਾਏ ਬਿਨਾ ਕੇਵਲ ਬਾਹਰ ਜੰਗਲਾਂ 'ਚ ਭਟਕ ਕੇ ਹੀ ਮਾਲਕ ਲੱਭ ਲਏਗਾ। ਜੰਗਲ ਜੰਗਲ ਕਿਆ ਭਾਵੇਂ, ਵਣ ਕੰਡਾ ਮੋੜੇ। ਕੀ ਜੰਗਲ ਦੇ ਕੰਡੇ ਮਿੱਧਦਾ ਫਿਰਦਾ, ਕੀ ਜੰਗਲ ਦੇ ਕੰਡੇ ਮਿੱਧਦਾ ਫਿਰਦਾ ਪੈਰਾਂ ਨਾਲ, ਕੀ ਲੱਭ ਰਿਹਾ ਉਥੋਂ? ਆਖਦੇ ਨੇ ਵਸੀ ਰੱਬ ਹਿਆਲੀ ਹੈ। ਹਿਆਲੀਆ ਦਾ ਭਾਵ ਹੈ ਹਿਰਦੇ ਵਿੱਚ, ਰੱਬ ਤੇ ਹਿਰਦੇ 'ਚ ਵਸਦਾ ਹੈ। ਜੰਗਲ ਕਿਆ ਢੂੰਡੈ, ਜੰਗਲਾਂ ਵਿੱਚ, ਪਹਾੜਾਂ ਵਿੱਚ, ਯਾਨੀ ਕਿ ਬਾਹਰ ਕੀ ਖੋਜਦਾ, ਕਿੱਥੇ ਲੱਭਦਾ ਹੈ ਉਸ ਨੂੰ? ਤਾਈਓ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਫਰਮਾਇਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਔਰ ਸਾਹਿਬ ਨੇ ਬਹੁਤ ਵਾਕ ਐਸੇ ਕਹੇ, ਸੋ ਅੰਤਰ ਸੋ ਬਾਹਰ ਅਨੰਤ। ਧੰਨ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਅੰਤਰ ਬਾਹਰ ਹਰ ਪ੍ਰਭ ਏਕੋ। ਤੋ ਸਤਿਗੁਰੂ ਮਹਾਰਾਜ ਨੇ ਫਰਮਾਇਆ ਵੀ ਜੇ ਤੂੰ ਆਪਣੀ ਹਉਮੈ ਤੇ ਖਾਸ਼ਾਂ ਦੀ ਕੁਰਬਾਨੀ ਨਹੀਂ ਦੇ ਸਕਦਾ, ਜੇ ਤੂੰ ਆਪਣੀ ਸੁਰਤ ਤੇ ਆਪਣੇ ਮਨ ਦੇ ਔਗਣ ਨਹੀਂ ਤਿਆਗ ਸਕਦਾ, ਤੇ ਇਹਨਾਂ ਨੂੰ ਤਿਆਗਣ ਦੀ ਬਜਾਏ ਤੂੰ ਬਾਹਰ ਦੀ ਯਾਤਰਾ ਕਰ ਰਿਹਾ ਹੈ ਤੇ ਇਹ ਸੋਚ ਰਿਹਾ ਵੀ ਉਹ ਤੋਂ ਰੱਬ ਮਿਲੇਗਾ, ਜੰਗਲਾਂ 'ਚ ਜਾ ਰਹੇ ਹੈ, ਪਹਾੜਾਂ 'ਚ ਜਾ ਰਹੇ ਹੈ, ਤਾਂ ਤੈਨੂੰ ਸਮਝਣਾ ਚਾਹੀਦਾ ਵੀ ਉਹ ਤਾਂ ਤੇਰੇ ਹਿਰਦੇ ਵਿੱਚ ਵਸਦਾ ਹੈ। ਬਾਹਰ ਕੀ ਢੂੰਡ ਰਿਹਾ ਹੈ, ਬਾਹਰ ਕੀ ਲੱਭ ਰਿਹਾ ਹੈ? ਸਤਿਗੁਰੂ ਮਹਾਰਾਜ ਅਗਲੇਰੇ ਸ਼ਲੋਕਾਂ ਵਿੱਚ ਕੀ ਬਖਸ਼ਿਸ਼ ਕਰਦੇ ਹਨ, ਆਪਾਂ ਕੱਲ ਦੇ ਦਿਨ ਦੇ ਦੀਵਾਨਾਂ ਵਿੱਚ ਵੀ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਇਹਨਾਂ ਸ਼ਲੋਕਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨਹੁ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੀ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੋਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ।